ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਆਪਾਂ ਜੀਓਗ੍ਰਾਫੀ ਦਾ ਲੈਸਨ 2 ਪੜ੍ਹ ਰਹੇ ਸੀ, ਜਿਸ ਦਾ ਪਹਿਲਾ ਪਾਰਟ ਤੁਹਾਨੂੰ ਪਹਿਲਾਂ ਸੈਂਡ ਕੀਤਾ ਸੀ। ਅੱਜ ਦੂਸਰਾ ਪਾਰਟ ਹੈਗਾ। ਇਹਦੇ ਵਿੱਚ ਸਟਾਰਟ ਕਰਦੇ ਹਾਂ ਟਾਈਪਸ ਆਫ ਸੋਇਲਸ। ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਅਲੱਗ-ਅਲੱਗ ਵੈਰਾਈਟੀ, ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਮਿਲਦੀ ਆ, ਜਿਸ ਨੂੰ ਕਿ ਕਲਾਸੀਫਾਈ ਕਰਨਾ ਮਤਲਬ ਕਿਸ ਤਰ੍ਹਾਂ ਦੀ ਹੈਗੀ ਮਿੱਟੀ, ਉਹ ਉਸ ਦੇ ਓਰੀਜਨ ਮਤਲਬ ਕਿੱਥੋਂ ਬਣੀਆਂ, ਉਸ ਦਾ ਟੈਕਸਚਰ ਮੀਨਸ ਫੀਲ ਕਰਨ ਦੇ ਵਿੱਚ, ਦੇਖਣ ਦੇ ਵਿੱਚ ਕਿਹੋ ਜਿਹੀ ਆ, ਕਲਾਈਮੇਟ ਉੱਥੋਂ ਦਾ ਮੌਸਮ ਕਿਹੋ ਜਿਹਾ, ਇਹਨਾਂ ਚੀਜ਼ਾਂ 'ਤੇ ਡਿਪੈਂਡ ਕਰਦੀ ਆ ਮਿੱਟੀ। ਅਤੇ ਤੁਹਾਨੂੰ ਪਤਾ ਜੋ ਮਿੱਟੀ ਹੈ ਉਹ ਰੌਕਸ ਤੋਂ ਬਣਦੀ ਆ। ਤਾਂ ਰੌਕਸ ਬਹੁਤ ਤਰ੍ਹਾਂ ਦੀ ਹੁੰਦੀਆਂ। ਕਿਸ ਤਰ੍ਹਾਂ ਦੀ ਰੌਕ ਤੋਂ ਮਿੱਟੀ ਬਣੀ ਆ, ਜੋ ਪੇਰੈਂਟ ਰੌਕ ਹੈ ਜਿਸ ਤੋਂ ਮਿੱਟੀ ਬਣੀ ਆ, ਉਸ ਜਿਹੇ ਹੀ ਗੁਣ ਮਿੱਟੀ ਦੇ ਵਿੱਚ ਹੋਣਗੇ। ਬਾਕੀ ਜੋ ਮਿੱਟੀ ਹੈ ਉਹ ਜਿੱਥੇ ਬਣਦੀ ਆ ਉੱਥੋਂ ਦੂਸਰੀ ਜਗ੍ਹਾ 'ਤੇ ਚਲੇ ਜਾਂਦੀ ਆ, ਪਾਣੀ ਰਾਹੀਂ, ਹਵਾ ਰਾਹੀਂ। ਇਸ ਕਰਕੇ ਜੋ ਰਿਵਰਸ ਨੇ, ਵਿੰਡ ਹੈ, ਇਹ ਵੀ ਮਿੱਟੀ ਦੇ ਬਣਨ ਦੇ ਵਿੱਚ, ਫਾਰਮੇਸ਼ਨ ਦੇ ਵਿੱਚ ਬਹੁਤ ਅਹਿਮ ਹਿੱਸਾ, ਇੰਪੋਰਟੈਂਟ ਰੋਲ ਇਹ ਪਾਉਂਦੇ ਨੇ। ਮਿੱਟੀ ਕਿਸੇ ਵੀ ਦੇਸ਼ ਦਾ ਜਿਹੜਾ ਹੈ ਬਹੁਤ ਮਹਾਨ ਸੋਮਾ ਹੁੰਦੀਆਂ ਨੇ, ਕਿਉਂਕਿ ਹੁਣ ਤੁਹਾਨੂੰ ਪਤਾ ਕਿ ਮਿੱਟੀ ਦੇ ਵਿੱਚ ਹੀ ਖੇਤੀਬਾੜੀ ਕੀਤੀ ਜਾਂਦੀ ਆ। ਕਿਹੋ ਜਿਹੀ ਮਿੱਟੀ ਆ, ਕਿਹੋ ਜਿਹਾ ਵਾਤਾਵਰਨ ਆ, ਉਸ ਮੁਤਾਬਕ ਹੀ ਕਿਹੜੀ ਫਸਲ ਬੀਜਣੀ ਆ, ਇਹ ਡਿਸਾਈਡ ਕੀਤੀ ਜਾਂਦੀ ਆ। ਇਸ ਤੋਂ ਬਿਨਾਂ ਜਦੋਂ ਰੌਕਸ ਘਸ ਕੇ ਉਹਦੇ ਬਰੀਕ ਬਰੀਕ ਕਣ ਹੋ ਜਾਂਦੇ ਨੇ ਜਿਸ ਤੋਂ ਮਿੱਟੀ ਤਿਆਰ ਹੁੰਦੀ ਹੈ, ਤਾਂ ਉਹਦੇ ਵਿੱਚ ਇੱਕ ਹੋਰ ਚੀਜ਼ ਹੈ, ਉਹ ਹਿਊਮਸ ਐਡ ਹੁੰਦੀ ਆ। ਹਿਊਮਸ ਮਤਲਬ ਜੋ ਮਰੇ ਹੋਏ ਜਾਨਵਰ ਨੇ ਜਾਂ ਪੌਦੇ ਨੇ, ਜਦੋਂ ਉਹ ਗਲ ਸੜ ਕੇ ਖਾਦ ਬਣ ਜਾਂਦੇ ਨੇ, ਉਹਨੂੰ ਕਹਿੰਦੇ ਹਿਊਮਸ। ਇਹ ਫਿਰ ਮਿੱਟੀ ਦੇ ਵਿੱਚ ਜਦੋਂ ਰਲ ਜਾਂਦੀ ਹੈ ਤਾਂ ਮਿੱਟੀ ਫਰਟਾਈਲ ਬਣ ਜਾਂਦੀ ਆ। ਫਰਟਾਈਲ ਮੀਨਸ ਉਪਜਾਊ ਮਿੱਟੀ ਬਣ ਜਾਂਦੀ ਆ। ਤਾਂ ਅੱਗੇ ਦੱਸਿਆ ਗਿਆ ਕਿ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਹੁੰਦੀ ਆ। ਕਿਤੇ ਬਲੈਕ ਸੋਇਲ ਹੁੰਦੀ ਆ, ਕਿਤੇ ਡੈਜ਼ਰਟ ਸੋਇਲ ਹੁੰਦੀ ਆ, ਬਰਾਊਨ ਫੋਰੈਸਟ ਸੋਇਲ ਹੁੰਦੀ ਆ। ਇਹ ਸਾਰਾ ਇਹ ਡਾਇਗਰਾਮ ਦੇ ਵਿੱਚ ਦੱਸਿਆ ਗਿਆ ਕਿ ਇੰਡੀਆ ਦੇ ਵਿੱਚ ਕਿਸ ਇਲਾਕੇ ਦੇ ਵਿੱਚ ਕਿਹੋ ਜਿਹੀ ਮਿੱਟੀ ਮਿਲਦੀ ਹੈ। ਜਿਵੇਂ ਕਿ ਉੱਪਰ ਦੇਖੋ, ਜੋ ਜੰਮੂ ਕਸ਼ਮੀਰ ਹੈਗਾ, ਜੰਮੂ ਕਸ਼ਮੀਰ ਦੇ ਵਿੱਚ ਹਿੱਲੀ ਸੋਇਲ ਮਿਲਦੀ ਆ। ਦੇਖੋ ਜੰਮੂ ਕਸ਼ਮੀਰ ਹੈਗਾ ਜਿਹੜਾ ਉਹ ਬਰਾਊਨ ਕਲਰ ਦਾ ਬਣਾਇਆ ਹੋਇਆ, ਅਤੇ ਇੱਥੇ ਨੀਚੇ ਜੋ ਬਾਕਸ ਹੈ ਉਹ ਦੇਖੋ ਬਰਾਊਨ ਕਲਰ ਦੇ ਅੱਗੇ ਹਿੱਲੀ ਸੋਇਲ ਲਿਖਿਆ ਹੋਇਆ। ਇਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਹਿੱਲੀ ਸੋਇਲ ਮਿਲਦੀ ਆ। ਅਤੇ ਹੁਣ ਅੱਜ ਪੰਜਾਬ ਦੇ ਉੱਤੇ ਗ੍ਰੀਨ ਕਲਰ ਕੀਤਾ ਹੋਇਆ, ਤਾਂ ਇੱਥੇ ਐਲੂਵੀਅਲ ਸੋਇਲ ਮਿਲਦੀ ਆ। ਤਾਂ ਤੁਸੀਂ ਕਲਰ ਦੇਖ ਕੇ ਮੈਚ ਕਰਕੇ ਦੇਖ ਸਕਦੇ ਹੋ ਕਿ ਕਿਹੜੇ ਸਟੇਟ ਦੇ ਵਿੱਚ ਕਿਹੜੀ ਮਿੱਟੀ ਮਿਲਦੀ ਆ। ਇਸ ਤਰ੍ਹਾਂ ਡੈਸੀਡੀਅਸ ਫੋਰੈਸਟ ਏਰੀਆ। ਡੈਸੀਡੀਅਸ ਮਤਲਬ ਜੋ ਬਚ ਕੁਚ ਹੈ। ਕਈ ਫੋਰੈਸਟ ਨੇ ਜਿਹੜੇ ਉਹ ਪਹਿਲਾਂ ਜਿਹੜੇ ਪਲਾਂਟਸ ਵਗੈਰਾ ਨੇ, ਦਰਖਤ ਨੇ, ਉਹ ਟੁੱਟ ਜਾਂਦੇ ਨੇ, ਉਹ ਫਿਰ ਹਿਊਮਸ ਬਣ ਜਾਂਦੇ ਨੇ, ਤਾਂ ਉੱਥੋਂ ਦੀ ਮਿੱਟੀ ਬਹੁਤ ਫਰਟਾਈਲ ਹੁੰਦੀ ਆ। ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਹੁੰਦੀ ਆ। ਅੱਗੇ ਇੱਕ ਵਰਡ ਹੈਗਾ ਯੂਰੇਸ਼ੀਆ। ਆ ਵਰਡ ਲਿਖਿਆ ਯੂਰੇਸ਼ੀਆ। ਯੂਰਪ ਅਤੇ ਏਸ਼ੀਆ, ਇਹ ਜੋ ਦੋ ਕੌਂਟੀਨੈਂਟ ਨੇ, ਇਹਨਾਂ ਨੂੰ ਮਿਲਾ ਕੇ ਯੂਰੇਸ਼ੀਆ ਕਿਹਾ ਜਾਂਦਾ ਹੈ। ਠੀਕ ਆ। ਅਤੇ ਆਓ ਹੁਣ ਆਪਾਂ ਅਗਲਾ ਮੇਨ ਟੌਪਿਕ ਹੈ ਜਿਹੜਾ ਆਪਣਾ ਸੋਇਲਸ ਆਫ ਇੰਡੀਆ ਪੜ੍ਹੀਏ। ਇੰਡੀਆ ਦੇ ਵਿੱਚ ਕਿੰਨੀ ਤਰ੍ਹਾਂ ਦੀ ਕਿਹੋ ਜਿਹੀ ਸੋਇਲ ਮਿਲਦੀ ਹੈ। ਸਭ ਤੋਂ ਪਹਿਲਾਂ ਹੈ ਐਲੂਵੀਅਲ ਸੋਇਲ। ਜਿਹੜੀਆਂ ਨਦੀਆਂ ਨੇ ਉਹ ਪਹਾੜਾਂ ਤੋਂ ਸ਼ੁਰੂ ਹੁੰਦੀਆਂ ਨੇ। ਤੁਹਾਨੂੰ ਪਤਾ ਪਹਾੜਾਂ ਤੋਂ ਜਦੋਂ ਉਹ ਬੜੀ ਤੇਜ਼ੀ ਨਾਲ, ਕਿਉਂਕਿ ਉੱਪਰੋਂ ਨੀਚੇ ਨੂੰ ਆਉਂਦੀਆਂ ਨੇ ਨਦੀਆਂ ਉੱਚੇ ਪਹਾੜਾਂ ਤੋਂ, ਤਾਂ ਉਹਨਾਂ ਦੀ ਸਪੀਡ ਬਹੁਤ ਤੇਜ਼ ਹੁੰਦੀ ਆ। ਤਾਂ ਤੇਜ਼ ਸਪੀਡ ਹੋਣ ਕਰਕੇ ਉਹ ਆਪਣੇ ਨਾਲ ਮਿੱਟੀ, ਕੰਕਰ, ਪੱਥਰ ਨਾਲ ਵਹਾ ਕੇ ਲੈ ਆਉਂਦੀਆਂ ਨੇ। ਤਾਂ ਜਦੋਂ ਨੀਚੇ ਫਿਰ ਮੈਦਾਨਾਂ ਦੇ ਵਿੱਚ ਨਦੀ ਆਉਂਦੀ ਹੈ ਤਾਂ ਉਹਦੀ ਸਪੀਡ ਸਲੋ ਹੋ ਜਾਂਦੀ ਆ।
ਤੇ ਜਦੋਂ ਸਪੀਡ ਸਲੋ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜੀ ਮਿੱਟੀ ਕੰਕਰ ਪੱਥਰ ਨੇ ਘੁਲੇ ਹੋਏ ਨੇ ਉਹ ਹੌਲੀ ਹੌਲੀ ਨੀਚੇ ਬੈਠਣੇ ਸ਼ੁਰੂ ਹੋ ਜਾਂਦੇ ਨੇ, ਤੇ ਇਸ ਤਰ੍ਹਾਂ ਜਿਹੜੀ ਮਿੱਟੀ ਬਣਦੀ ਆ ਉਹਨੂੰ ਐਲੂਵੀਅਲ ਸੋਇਲ ਕਹਿੰਦੇ ਨੇ। ਇਹ ਮਿੱਟੀ ਬਹੁਤ ਉਪਜਾਊ ਹੁੰਦੀ ਆ। ਤੇ ਇੱਕ ਵਰਡ ਹੈ ਡੈਲਟਾ। ਡੈਲਟਾ ਕੀ ਹੁੰਦਾ? ਜਦੋਂ ਨਦੀ ਨੇ ਸਮੁੰਦਰ ਦੇ ਵਿੱਚ ਰਲਣਾ ਹੁੰਦਾ, ਉਸ ਤੋਂ ਪਹਿਲਾਂ ਉਹ ਕਈ ਹਿੱਸਿਆਂ ਦੇ ਵਿੱਚ ਨਦੀ ਵੰਡੀ ਜਾਂਦੀ ਆ, ਉਹਦੀਆਂ ਅਲੱਗ-ਅਲੱਗ ਬ੍ਰਾਂਚਿਸ ਹੋ ਜਾਂਦੀਆਂ ਨੇ। ਉਹਨਾਂ ਬ੍ਰਾਂਚਿਸ ਦੇ ਵਿਚਾਲੇ ਜਿਹੜਾ ਰੀਜਨ ਹੁੰਦਾ ਜਿੱਥੇ ਨਦੀ ਦੇ ਵਿੱਚ ਦਾ ਜਿਹੜਾ ਮਿੱਟੀ ਵਗੈਰਾ ਹੈ ਉਹ ਇਕੱਠੀ ਹੋਈ ਜਾਂਦੀ ਆ, ਉਹਨੂੰ ਡੈਲਟਾ ਰੀਜਨ ਕਹਿੰਦੇ ਆ। ਯਾਨੀ ਕਿ ਇੱਕ ਨਦੀ ਦੇ ਜਦੋਂ ਬ੍ਰਾਂਚਿਸ ਹੋ ਜਾਂਦੀਆਂ ਨੇ 2-3, ਉਹਨਾਂ ਬ੍ਰਾਂਚਿਸ ਦੇ ਵਿਚਾਲੇ ਵਾਲੀ ਜਗ੍ਹਾ ਜਿਹੜੀ ਹੈ ਉਸ ਨੂੰ ਡੈਲਟਾ ਕਹਿੰਦੇ ਆ। ਤੇ ਐਲੂਵੀਅਲ ਸੋਇਲ ਆ ਜਿਹੜੀ, ਉਹ ਵੀ ਦੋ ਕਿਸਮ ਦੀ ਹੁੰਦੀ ਆ, ਇੱਕ ਖਾਦਰ ਇੱਕ ਬਾਂਗਰ। ਜਿਹੜੀ ਤਾਂ ਨਦੀ ਦੇ ਬਿਲਕੁਲ ਕੋਲ ਵਾਲਾ ਇਲਾਕਾ ਹੈਗਾ ਉੱਥੇ ਜ਼ਿਆਦਾ ਉਪਜਾਊ ਮਿੱਟੀ ਹੁੰਦੀ ਆ, ਕਿਉਂਕਿ ਉਹ ਬਾਰ-ਬਾਰ ਉੱਥੇ ਮਿੱਟੀ ਆਈ ਜਾ ਰਹੀ ਆ ਉੱਪਰ ਪਹਾੜਾਂ ਤੋਂ ਲੈ ਕੇ, ਉਹ ਵਾਰ-ਵਾਰ ਚੇਂਜ ਹੋਈ ਜਾ ਰਹੀ ਮਿੱਟੀ, ਉਹ ਜ਼ਿਆਦਾ ਉਪਜਾਊ ਹੁੰਦੀ ਆ, ਉਹਨੂੰ ਖਾਦਰ ਕਹਿੰਦੇ ਆ। ਤੇ ਜਿਹੜਾ ਨਦੀ ਤੋਂ ਥੋੜਾ ਦੂਰ ਵਾਲਾ ਇਲਾਕਾ ਹੁੰਦਾ ਉੱਥੋਂ ਦੀ ਮਿੱਟੀ ਨੂੰ ਬਾਂਗਰ ਕਹਿੰਦੇ ਆ। ਉਹ ਬਾਰ-ਬਾਰ ਚੇਂਜ ਨਹੀਂ ਹੁੰਦੀ, ਉਹ ਵੀ ਉਪਜਾਊ ਹੁੰਦੀ ਆ, ਪਰ ਖਾਦਰ ਜ਼ਿਆਦਾ ਉਪਜਾਊ ਹੁੰਦੀ ਆ, ਬਾਂਗਰ ਥੋੜੀ ਜਿਹੀ ਘੱਟ ਉਪਜਾਊ ਹੁੰਦੀ ਆ। ਨੈਕਸਟ ਹੈ ਬਲੈਕ ਸੋਇਲ। ਇਹਨੂੰ ਰੈਗੂਰ ਵੀ ਕਹਿੰਦੇ ਆ। ਇਹ ਕਿਉਂ ਬਣਦੀਆਂ? ਕਿਉਂਕਿ ਮਿੱਟੀ ਇਹ ਵੋਲਕੈਨਿਕ ਰੌਕਸ, ਜਿਹੜੇ ਜਵਾਲਾਮੁਖੀ ਹੁੰਦੇ ਨੇ, ਇਹਨਾਂ ਦੀਆਂ ਰੌਕਸ ਤੋਂ ਬਣਦੀ ਆ। ਇਸ ਕਰਕੇ ਇਸ ਮਿੱਟੀ ਦਾ ਕਲਰ ਬਲੈਕ ਹੁੰਦਾ। ਇਸ ਦੇ ਵਿੱਚ ਇੱਕ ਖਾਸੀਅਤ ਹੁੰਦੀ ਆ ਕਿ ਇਹ ਮੋਇਸਚਰ ਨੂੰ ਪ੍ਰੀਜ਼ਰਵ ਕਰਕੇ ਰੱਖਦੀ ਹੈ ਲੰਬੇ ਸਮੇਂ ਲਈ। ਮੋਇਸਚਰ ਹੁੰਦਾ ਨਮੀ, ਪਾਣੀ ਦੇ ਕਣ, ਤੇ ਉਸ ਨੂੰ ਆਪਣੇ ਵਿੱਚ ਬਹੁਤ ਸਮੇਂ ਲਈ ਬਚਾ ਕੇ ਰੱਖਦੀ ਹੈ, ਸਮਾ ਕੇ ਰੱਖਦੀ ਹੈ। ਛੇਤੀ ਇਹ ਸੁੱਕਦੀ ਨਹੀਂ ਹੁੰਦੀ। ਇਸ ਕਰਕੇ ਇਹ ਖੇਤੀਬਾੜੀ, ਖਾਸ ਕਰ ਕਾਟਨ ਕਪਾਹ ਦੀ ਖੇਤੀ ਲਈ ਬਹੁਤ ਵਧੀਆ ਹੈਗੀ। ਇਹ ਜਿਹੜੀ ਬਲੈਕ ਸੋਇਲ ਹੈ ਸਾਨੂੰ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਤੇ ਤਾਮਿਲਨਾਡੂ ਦੇ ਇਲਾਕਿਆਂ ਵਿੱਚ ਮਿਲਦੀ ਹੈ। ਨੈਕਸਟ ਹੈ ਰੈੱਡ ਸੋਇਲ। ਇਹ ਇਗਨੀਅਸ ਰੌਕਸ ਤੋਂ ਬਣਦੀ ਆ। ਤੇ ਇਹਦੇ ਵਿੱਚ ਕੀ ਹੁੰਦਾ? ਆਇਰਨ ਆਕਸਾਈਡ, ਲੋਹੇ ਦੇ ਕਣ ਹੁੰਦੇ ਨੇ। ਲੋਹਾ ਤੁਹਾਨੂੰ ਪਤਾ ਹੈ ਜੋ ਕਿ ਰੈੱਡ ਕਲਰ ਦਾ ਹੁੰਦਾ। ਆਇਰਨ ਆਕਸਾਈਡ ਹੁੰਦਾ ਜੋ ਜੰਗਾਲ ਹੁੰਦਾ, ਲੋਹੇ ਨੂੰ ਲੱਗ ਜਾਂਦਾ, ਉਹ ਤੁਹਾਨੂੰ ਪਤਾ ਰੈੱਡ ਕਲਰ ਦਾ ਹੁੰਦਾ। ਇਹਦੇ ਵਿੱਚ ਉਹ ਆਇਰਨ ਆਕਸਾਈਡ ਜ਼ਿਆਦਾ ਹੋਣ ਕਰਕੇ ਇਸ ਮਿੱਟੀ ਦਾ ਕਲਰ ਰੈੱਡ ਹੁੰਦਾ। ਤੇ ਇਹ ਈਸਟਰਨ ਇਲਾਕਿਆਂ ਦੇ ਵਿੱਚ ਤੇ ਸਾਊਦਰਨ ਇਲਾਕਿਆਂ ਦੇ ਵਿੱਚ, ਇੰਡੀਆ ਦੇ ਈਸਟ ਤੇ ਸਾਊਥ ਵਾਲੇ ਪਾਰਟਸ ਦੇ ਵਿੱਚ ਪਾਈ ਜਾਂਦੀ ਆ। ਤੇ ਇਹ ਘੱਟ ਉਪਜਾਊ ਹੁੰਦੀ ਆ। ਇਸ ਕਰਕੇ ਇਹਦੇ ਵਿੱਚ ਅਗਰ ਖੇਤੀ ਕਰਨੀ ਆ ਤਾਂ ਸਾਨੂੰ ਕੈਮੀਕਲ ਫਰਟੀਲਾਈਜ਼ਰਸ ਪਾਉਣੇ ਪੈਣਗੇ। ਨੈਕਸਟ ਹੈ ਲੈਟਰਾਈਟ ਸੋਇਲ। ਲੈਟਰਾਈਟ ਸੋਇਲ ਹੈਗੀ ਜਿਹੜੀ, ਇਹ ਗਰਮ ਇਲਾਕੇ ਤੇ ਮੋਇਸਟ ਮੀਨਸ ਜਿੱਥੇ ਪਾਣੀ ਜ਼ਿਆਦਾ ਹੋਵੇ। ਕਿਉਂਕਿ ਉੱਥੇ ਜ਼ਿਆਦਾ ਮੀਂਹ ਪੈਂਦਾ। ਇਹੋ ਜਿਹੇ ਇਲਾਕਿਆਂ ਦੇ ਵਿੱਚ ਲੈਟਰਾਈਟ ਸੋਇਲ ਪਾਈ ਜਾਂਦੀ ਆ। ਇਹ ਜਿੱਥੇ ਮੀਂਹ ਜ਼ਿਆਦਾ ਪੈਂਦਾ ਉੱਥੇ ਜਦੋਂ ਮੀਂਹ ਪੈਂਦਾ, ਮਿੱਟੀ ਦੇ ਉਪਜਾਊ ਜਿਹੜੇ ਕਣ ਨੇ ਮੀਂਹ ਦੇ ਪਾਣੀ ਵਿੱਚ ਘੁਲ ਕੇ ਧਰਤੀ ਦੇ ਅੰਦਰ ਚਲੇ ਜਾਂਦੇ। ਤੁਹਾਨੂੰ ਪਤਾ ਜਿਹੜਾ ਮੀਂਹ ਦਾ ਪਾਣੀ ਆ ਉਹ ਧਰਤੀ ਦੇ ਅੰਦਰ ਸਮਾ ਜਾਂਦਾ, ਤਾਂ ਜਦੋਂ ਮੀਂਹ ਜ਼ਿਆਦਾ ਪਈ ਜਾਂਦਾ ਤਾਂ ਮਿੱਟੀ ਦੇ ਉਪਜਾਊ ਕਣ ਨੇ ਉਹ ਪਾਣੀ ਦੇ ਵਿੱਚ ਘੁਲ ਕੇ ਉਹ ਧਰਤੀ ਦੇ ਅੰਦਰ ਜਾਈ ਜਾਂਦੇ ਨੇ। ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਆ? ਲੀਚਿੰਗ। ਇਸ ਪ੍ਰੋਸੈਸ ਨੂੰ ਕਹਿੰਦੇ ਆ ਲੀਚਿੰਗ। ਤੇ ਇਸ ਤਰ੍ਹਾਂ ਦੀ ਮਿੱਟੀ ਆ ਜਿਹੜੀ ਇਹੋ ਜਿਹੇ ਇਲਾਕੇ ਵਿੱਚ ਮਿਲਦੀ ਆ, ਉਸ ਨੂੰ ਅਸੀਂ ਕੀ ਕਹਿੰਦੇ ਆ? ਲੈਟਰਾਈਟ ਸੋਇਲ। ਇਹ ਵੀ ਰੈੱਡ ਕਲਰ ਦੀ ਹੀ ਹੁੰਦੀ ਆ। ਤੇ ਕਿਉਂਕਿ ਹੁਣ ਇਹ ਜਿਹੜੇ ਪੌਸ਼ਟਿਕ ਤੱਤ ਨੇ ਮਿੱਟੀ ਦੇ ਘੁਲ ਕੇ ਉਹਨਾਂ ਦੀ ਲੀਚਿੰਗ ਹੋ ਗਈ, ਧਰਤੀ ਦੇ ਅੰਦਰ ਚਲੇ ਗਏ, ਤਾਂ ਇਸ ਕਰਕੇ ਜਿਹੜੀ ਆ ਇਹ ਘੱਟ ਉਪਜਾਊ ਹੁੰਦੀ ਆ। ਇਸ ਕਰਕੇ ਇਹਦੇ ਵਿੱਚ ਕਲਟੀਵੇਸ਼ਨ ਮੀਨਸ ਖੇਤੀਬਾੜੀ ਨਹੀਂ ਹੁੰਦੀ। ਤੇ ਇਹ ਜਿਹੜੀ ਮਿੱਟੀ ਆ ਇਹ ਘਰ ਬਣਾਉਣ ਦੇ ਕੰਮ ਆਉਂਦੀ ਆ। ਜਿਹੜੇ ਵੈਸਟਰਨ ਘਾਟ ਨੇ, ਪੱਛਮੀ ਘਾਟ ਨੇ, ਪਲੇਟੂ ਆਫ ਛੋਟਾ ਨਾਗਪੁਰ ਤੇ ਕਈ ਈਸਟਰਨ ਸਟੇਟਸ ਵਿੱਚ ਵੀ ਇਹ ਮਿੱਟੀ ਪਾਈ ਜਾਂਦੀ ਹੈ। ਪਲੇਟੂ ਦਾ ਮੀਨਿੰਗ ਕੀ ਹੁੰਦਾ? ਜਿਹੜੇ ਉੱਚੀ ਜਗ੍ਹਾ ਤੇ ਮੈਦਾਨ ਹੋਣ। ਵੈਸੇ ਤਾਂ ਪਹਾੜ ਕੀ ਹੁੰਦੇ ਨੇ? ਤਿੱਖੇ ਹੁੰਦੇ ਨੇ। ਉਹਨਾਂ ਦੇ ਪਹਾੜਾਂ ਦੇ ਉੱਪਰ ਸਾਨੂੰ ਮੈਦਾਨ ਨਹੀਂ ਮਿਲਦੇ, ਪਰ ਜਿਹੜੇ ਉੱਚੀ ਜਗ੍ਹਾ ਤੇ ਮੈਦਾਨ ਹੋਣ ਉਸ ਨੂੰ ਪਲੇਟੂ ਕਿਹਾ ਜਾਂਦਾ ਹੈ।
ਨੈਕਸਟ ਹੈ ਡਰਾਈ ਸੈਂਡੀ ਸੋਇਲ। ਜੋ ਡੈਜ਼ਰਟ ਨੇ, ਮਾਰੂਥਲ ਨੇ, ਉੱਥੇ ਇਹ ਸੈਂਡੀ ਸੋਇਲ ਮਤਲਬ ਰੇਤਲੀ ਮਿੱਟੀ ਮਿਲਦੀ ਹੈ, ਜੋ ਕਿ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਮਿਲਦੀ ਹੈ। ਇਸ ਨੂੰ ਡੈਜ਼ਰਟ ਸੋਇਲ ਵੀ ਕਿਹਾ ਜਾਂਦਾ। ਇਹਦੇ ਵਿੱਚ ਹਿਊਮਸ ਬਹੁਤ ਘੱਟ ਹੁੰਦੀ ਹੈ। ਜਿੰਨੀ ਹਿਊਮਸ ਹੋਊ ਕਿਸੇ ਮਿੱਟੀ ਦੇ ਵਿੱਚ, ਓਨਾ ਹੀ ਉਹ ਉਪਜਾਊ ਹੋਊਗੀ। ਤੇ ਕਿਉਂਕਿ ਹੁਣ ਸੈਂਡੀ ਸੋਇਲ ਦੇ ਵਿੱਚ ਹਿਊਮਸ ਘੱਟ ਹੁੰਦੀ ਆ, ਤਾਂ ਇਹ ਖੇਤੀਬਾੜੀ ਦੇ ਕੰਮ ਨਹੀਂ ਆਉਂਦੀ। ਨੈਕਸਟ ਹੈ ਹਿੱਲੀ ਸੋਇਲ, ਪਹਾੜੀ ਮਿੱਟੀ। ਤੇ ਇਹਦੇ ਵਿੱਚ ਇਹ ਜਿਹੜੀ ਆ ਇਹ ਹਿਮਾਲਿਆ ਦੇ ਰੀਜਨਸ ਖੇਤਰਾਂ ਵਿੱਚ ਪਾਈ ਜਾਂਦੀ ਆ। ਇਹਦੇ ਵਿੱਚ ਆਇਰਨ ਬਹੁਤ ਹੁੰਦੀ ਆ, ਰਿਚ ਇਨ ਐਲੀਮੈਂਟ ਆਫ ਆਇਰਨ ਬਹੁਤ ਹੁੰਦੀ ਆ। ਤੇ ਪਰ ਇਹਦੀ ਜਿਹੜੀ ਲੇਅਰ ਆ ਇਹ ਥਿਨ ਹੁੰਦੀ ਆ, ਲੈਸ ਡੀਪ ਹੁੰਦੀ ਆ, ਮਤਲਬ ਪਤਲੀ ਹੁੰਦੀ ਆ, ਇੰਨੀ ਜ਼ਿਆਦਾ ਡੂੰਘੀ ਨਹੀਂ ਹੁੰਦੀ। ਤੇ ਇਹੋ ਜਿਹੀ ਮਿੱਟੀ ਦੇ ਵਿੱਚ ਟੀ ਮੀਨਸ ਚਾਹ ਦੀ ਖੇਤੀ ਕੀਤੀ ਜਾਂਦੀ ਆ। ਨੈਕਸਟ ਹੈ ਸੋਇਲ ਇਰੋਜਨ, ਮਿੱਟੀ ਦਾ ਹੜ ਜਾਣਾ। ਮਿੱਟੀ ਕਿਸ ਤਰ੍ਹਾਂ ਹੜ ਜਾਂਦੀ ਆ? ਤੇਜ਼ ਪਾਣੀ ਆ ਗਿਆ, ਉਹਦੇ ਨਾਲ ਮਿੱਟੀ ਹਟ ਜਾਂਦੀ ਹੈ। ਤੇਜ਼ ਹਵਾ ਆ ਗਈ, ਉਹਦੇ ਨਾਲ ਮਿੱਟੀ ਹਟ ਜਾਂਦੀ ਆ। ਤਾਂ ਇਹ ਇੰਡੀਆ ਦੀ ਹੀ ਪ੍ਰੋਬਲਮ ਨਹੀਂ ਹੈ, ਸਗੋਂ ਸਾਰੇ ਗਲੋਬਲ ਲੈਵਲ ਦੀ ਪ੍ਰੋਬਲਮ ਹੈਗੀ, ਸਾਰੀ ਦੁਨੀਆ ਦੀ ਪ੍ਰੋਬਲਮ ਆ। ਇਹ ਕਿਉਂ ਹੁੰਦੀ ਹੈ? ਕਿਉਂਕਿ ਅਸੀਂ ਜ਼ਿਆਦਾ ਦਰਖਤ ਕੱਟੀ ਜਾਂਦੇ ਹਾਂ। ਦਰਖਤ ਕੀ ਨੇ? ਉਸ ਨਾਲ ਜੜ੍ਹਾਂ ਮਿੱਟੀ ਨੂੰ ਪਕੜ ਕੇ ਰੱਖਦੀਆਂ ਨੇ। ਜੇ ਅਸੀਂ ਦਰਖਤ ਕੱਟ ਦਾਂਗੇ ਤਾਂ ਮਿੱਟੀ ਲੂਜ਼ ਹੋ ਜੂਗੀ। ਜਦੋਂ ਵੀ ਪਾਣੀ ਦਾ ਵਹਾਅ ਆਇਆ ਜਾਂ ਹਵਾ ਆਈ ਤਾਂ ਮਿੱਟੀ ਹਟ ਜੂਗੀ। ਜਾਂ ਫਿਰ ਓਵਰ ਗ੍ਰੇਜ਼ਿੰਗ ਆਫ ਐਨੀਮਲਸ, ਐਨੀਮਲ ਜ਼ਿਆਦਾ ਚਰ ਜਾਂਦੇ ਨੇ। ਜਿਹੜੇ ਘਾਹ ਲੱਗੇ ਹੁੰਦਾ ਮਿੱਟੀ ਦੇ ਉੱਪਰ ਮੈਦਾਨਾਂ 'ਚ, ਘਾਹ ਵੀ ਮਿੱਟੀ ਨੂੰ ਪਕੜ ਕੇ ਰੱਖਦਾ। ਪਰ ਅਗਰ ਜਾਨਵਰ ਉਹਨੂੰ ਜ਼ਿਆਦਾ ਚਰ ਜਾਣਗੇ ਘਾਹ ਨੂੰ, ਤਾਂ ਫਿਰ ਵੀ ਜਿਹੜਾ ਸੋਇਲ ਇਰੋਜਨ ਹੋਊਗਾ। ਇੰਡੀਆ ਵਿੱਚ ਵੀ ਤਾਂ ਸੋਇਲ ਇਰੋਜਨ ਬਹੁਤ ਜ਼ਿਆਦਾ ਹੀ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਾਡੇ ਇੰਡੀਆ ਵਿੱਚ ਦਰਖਤ ਵਗੈਰਾ ਘੱਟ ਹੀ ਨੇ। ਤਾਂ ਸਾਨੂੰ ਇਹ ਚਾਹੀਦਾ ਕਿ ਮਿੱਟੀ ਨੂੰ ਬਚਾ ਕੇ ਰੱਖਣ ਦੇ ਲਈ ਕੋਸ਼ਿਸ਼ ਕਰੀਏ। ਇਸ ਦੇ ਲਈ ਸਾਨੂੰ ਨਵੇਂ ਦਰਖਤ ਲਗਾਉਣੇ ਪੈਣਗੇ। ਖੇਤੀਬਾੜੀ ਦੇ ਥੋੜ੍ਹੇ ਤਰੀਕੇ ਵਧੀਆ ਵਰਤਣੇ ਪੈਣਗੇ, ਚੇਂਜ ਕਰਨੀ ਪਊ। ਤੇ ਓਵਰ ਗ੍ਰੇਜ਼ਿੰਗ, ਜ਼ਿਆਦਾ ਚਰਨਾ ਜਾਨਵਰਾਂ ਦੁਆਰਾ, ਇਹਨੂੰ ਰੋਕਣਾ ਪਊਗਾ। ਇਹ ਸੀ ਮਿਨਰਲਸ ਦਾ ਟੌਪਿਕ। ਤੇ ਇਹ ਸੋਇਲ ਦਾ ਟੌਪਿਕ ਸੀ। ਹੁਣ ਸਾਡਾ ਦੂਸਰਾ ਟੌਪਿਕ ਸ਼ੁਰੂ ਹੋ ਰਿਹਾ ਮਿਨਰਲਸ। ਤਾਂ ਮਿਨਰਲਸ ਕੀ ਹੁੰਦੇ ਨੇ? ਤੱਤ ਹੁੰਦੇ ਨੇ ਜਿਹੜੇ ਰੌਕਸ ਦੇ ਵਿੱਚ ਪਾਏ ਜਾਂਦੇ ਨੇ। ਤਾਂ ਕਿਸੇ ਦੇਸ਼ ਦੇ ਵਿੱਚ ਕਿੰਨੇ ਮਿਨਰਲਸ ਪਾਏ ਜਾਂਦੇ ਨੇ, ਉਸ ਤੋਂ ਉਸ ਦੇਸ਼ ਦੀ ਤਰੱਕੀ, ਕਿੰਨਾ ਅਮੀਰ ਆ ਉਹ ਦੇਸ਼, ਉਸ ਦਾ ਪਤਾ ਲੱਗ ਜਾਂਦਾ। ਜਿੰਨੇ ਜ਼ਿਆਦਾ ਮਿਨਰਲਸ ਕਿਸੇ ਦੇਸ਼ 'ਚ ਪਾਏ ਜਾਣਗੇ, ਓਨਾ ਹੀ ਉਹ ਦੇਸ਼ ਅਮੀਰ ਹੋਊਗਾ। ਮਿਨਰਲਸ 3 ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਮੈਟੈਲਿਕ ਮਿਨਰਲਸ, ਜਿਹੜੇ ਮਿਨਰਲਸ ਤੋਂ ਮੈਟਲਸ ਬਣਦੀਆਂ ਨੇ, ਉਹਨਾਂ ਨੂੰ ਕਹਿੰਦੇ ਮੈਟੈਲਿਕ ਮਿਨਰਲਸ, ਜਿਵੇਂ ਕਿ ਆਇਰਨ, ਕਾਪਰ, ਟਿਨ, ਐਲੂਮੀਨੀਅਮ, ਗੋਲਡ, ਸਿਲਵਰ। ਦੂਸਰਾ ਹੈ ਨਾਨ ਮੈਟੈਲਿਕ ਮਿਨਰਲਸ, ਜਿਹੜੇ ਮਿਨਰਲਸ ਤੋਂ ਮੈਟਲਸ ਨਹੀਂ ਬਣਦੀਆਂ, ਹੋਰ ਤਰ੍ਹਾਂ ਦੇ ਮਿਨਰਲ ਹਨ, ਜਿਸ ਤਰ੍ਹਾਂ ਸਲਫਰ, ਮਾਈਕਾ, ਜਿਪਸਮ, ਫਾਸਫੇਟ, ਪੋਟਾਸ਼। ਤੀਸਰਾ ਹੈ ਐਨਰਜੀ ਮਿਨਰਲਸ, ਜਿਹੜੇ ਮਿਨਰਲਸ ਤੋਂ ਸਾਨੂੰ ਐਨਰਜੀ ਮਿਲਦੀ ਹੈ, ਜਿਸ ਤਰ੍ਹਾਂ ਕੋਲਾ, ਪੈਟਰੋਲੀਅਮ, ਨੈਚੁਰਲ ਗੈਸ ਵਗੈਰਾ। ਇਹ ਜਿਹੜੇ ਮਿਨਰਲਸ ਨੇ, ਇਸ ਨੂੰ ਐਨਰਜੀ ਮਿਨਰਲਸ ਕਿਹਾ ਜਾਂਦਾ ਹੈ। ਤਾਂ ਹੁਣ ਇਹਨਾਂ ਦੀ ਡਿਟੇਲਸ ਪੜ੍ਹਦੇ ਹਾਂ। ਸਭ ਤੋਂ ਪਹਿਲਾ ਮਿਨਰਲ ਹੈ ਆਇਰਨ। ਹੁਣ ਤੁਹਾਨੂੰ ਪਤਾ ਵੀ ਛੋਟੀ ਤੋਂ ਛੋਟੀ ਮੇਖ ਤੋਂ ਲੈ ਕੇ ਵੱਡੀ ਤੋਂ ਵੱਡੀ ਸ਼ਿਪ ਆ ਜਿਹੜੀ, ਉਹ ਆਇਰਨ ਤੋਂ ਬਣਦੀ ਹੈ। ਜੋ ਇੰਡਸਟਰੀਆਂ ਦੀ ਮਸ਼ੀਨਰੀ ਆ, ਜੋ ਸਾਡੇ ਵਹੀਕਲ ਨੇ, ਕਾਰਾਂ, ਬੱਸਾਂ ਨੇ, ਰੇਲ ਗੱਡੀਆਂ ਨੇ, ਖੇਤੀਬਾੜੀ ਦੇ ਵਿੱਚ ਜਿਹੜੀ ਮਸ਼ੀਨਾਂ ਯੂਜ਼ ਹੁੰਦੀਆਂ, ਉਹ ਸਾਰੀਆਂ ਆਇਰਨ ਤੇ ਸਟੀਲ ਦੀਆਂ ਹੀ ਬਣੀਆਂ ਹੁੰਦੀਆਂ ਹਨ। ਸਟੀਲ ਦੇ ਵਿੱਚ ਵੀ ਜ਼ਿਆਦਾ ਮਾਤਰਾ ਆਇਰਨ ਦੀ ਹੁੰਦੀ ਆ ਤੇ ਕੁਝ ਹੋਰ ਚੀਜ਼ਾਂ ਪਾਈਆਂ ਹੁੰਦੀਆਂ ਨੇ। ਇਸ ਕਰਕੇ ਆਇਰਨ ਬਹੁਤ ਇੰਪੋਰਟੈਂਟ ਮਿਨਰਲ ਹੈ। ਤੇ ਇੰਡੀਆ ਵਿੱਚ ਜਿਹੜਾ ਆਇਰਨ ਹੈਗਾ, ਉਹ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕਾ ਤੇ ਗੋਆ ਵਿੱਚ ਪਾਇਆ ਜਾਂਦਾ ਹੈ। ਨੈਕਸਟ ਹੈ ਕਾਪਰ। ਕਾਪਰ ਵੀ ਬਹੁਤ ਇੰਪੋਰਟੈਂਟ ਮੈਟਲ ਹੈਗੀ। ਆਇਰਨ ਤੋਂ ਬਾਅਦ ਨੈਕਸਟ ਇੰਪੋਰਟੈਂਟ ਕਾਪਰ ਹੀ ਹੈ। ਇਸ ਦੇ ਭਾਂਡੇ ਬਣਾਏ ਜਾਂਦੇ ਨੇ। ਤੇ ਅੱਜ ਕੱਲ੍ਹ ਤਾਂ ਕਾਪਰ ਦੀ ਵਰਤੋਂ ਹੋਰ ਜ਼ਿਆਦਾ ਵੱਧ ਗਈ, ਕਿਉਂਕਿ ਇਹ
ਆਇਰਨ ਦੇ ਨਾਲੋਂ ਜ਼ਿਆਦਾ ਵਧੀਆ ਇਲੈਕਟ੍ਰਿਸਿਟੀ ਕੰਡਕਟ ਕਰਦਾ। ਇਹਦੇ ਵਿੱਚੋਂ ਬਿਜਲੀ ਆ ਜਿਹੜੀ ਜ਼ਿਆਦਾ ਵਧੀਆ ਤਰੀਕੇ ਨਾਲ ਜਾਂਦੀ ਆ ਆਇਰਨ ਦੇ ਮੁਕਾਬਲੇ, ਬੈਟਰ ਕੰਡਕਟਰ ਹੈਗਾ। ਇਸ ਕਰਕੇ ਬਿਜਲੀ ਦੀਆਂ ਚੀਜ਼ਾਂ ਦੇ ਵਿੱਚ, ਤਾਰਾਂ ਦੇ ਵਿੱਚ, ਟੈਲੀਫੋਨ ਦੀਆਂ ਤਾਰਾਂ ਦੇ ਵਿੱਚ ਕਾਪਰ ਯੂਜ਼ ਕੀਤਾ ਜਾਂਦਾ ਹੈ ਤੇ ਇਹ ਆਇਰਨ ਤੋਂ ਮਹਿੰਗਾ ਹੁੰਦਾ। ਤੇ ਵਰਲਡ ਵਿੱਚ ਸਭ ਤੋਂ ਜ਼ਿਆਦਾ ਕਾਪਰ ਦੀ ਪ੍ਰੋਡਕਸ਼ਨ ਚਿਲੇ ਦੇਸ਼ ਦੇ ਵਿੱਚ ਹੁੰਦੀ ਹੈ, ਜੋ ਸਾਊਥ ਅਮਰੀਕਾ ਕੰਟੀਨੈਂਟ ਦੇ ਵਿੱਚ ਹੈਗਾ। ਦੂਸਰੇ ਨੰਬਰ ਤੇ USA ਹੈਗਾ ਤੇ ਬਾਕੀ ਅਫਰੀਕਾ ਵਿੱਚ ਕਾਫੀ ਪਾਇਆ ਜਾਂਦਾ। ਇੰਡੀਆ, ਜਾਪਾਨ, ਆਸਟ੍ਰੇਲੀਆ ਵਿੱਚ ਵੀ ਕਾਪਰ ਪਾਇਆ ਜਾਂਦਾ ਹੈ। ਇੰਡੀਆ ਦੇ ਵਿੱਚ ਕਿੱਥੇ ਹੈ ਕਾਪਰ? ਝਾਰਖੰਡ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਪਾਇਆ ਜਾਂਦਾ ਹੈ। ਮਤਲਬ ਇਹ ਜੋ ਧਰਤੀ ਦੇ ਨੀਚੇ ਖਾਣਾ ਹੁੰਦੀਆਂ ਨੇ ਉਹਨਾਂ ਵਿੱਚ ਹੁੰਦਾ। ਤੇ ਬਿਲਕੁਲ ਇਸ ਤਰ੍ਹਾਂ ਨਹੀਂ ਕਿ ਪਿਓਰ ਕਾਪਰ ਉੱਥੋਂ ਮਿਲ ਜਾਂਦਾ, ਉਸਦੇ ਵਿੱਚ ਹੋਰ ਕਾਫੀ ਕੁਝ ਰਲਿਆ ਹੁੰਦਾ ਤੇ ਉਹਨਾਂ ਨੂੰ ਫੈਕਟਰੀਆਂ ਵਿੱਚ ਲਿਜਾ ਕੇ ਸਾਫ਼ ਕਰਕੇ ਉਸ ਨੂੰ ਮੈਟਲ ਨੂੰ ਕੱਢਿਆ ਜਾਂਦਾ। ਜੋ ਇਹ ਮਿਲਦਾ ਹੈ ਉਹਨੂੰ ਓਰ ਕਹਿੰਦੇ ਆ। ਓਰ ਦੇ ਵਿੱਚ ਉਹ ਜਿਹੜਾ ਮਿਨਰਲ ਹੈਗਾ ਪਲੱਸ ਹੋਰ ਬਹੁਤ ਸਾਰੀਆਂ ਇੰਪਿਓਰਟੀਜ਼ ਹੁੰਦੀਆਂ ਨੇ, ਫਿਰ ਫੈਕਟਰੀ ਦੇ ਵਿੱਚ ਉਹਨਾਂ ਇੰਪਿਓਰਟੀਜ਼ ਨੂੰ ਕੱਢ ਕੇ ਉਸ ਓਰ ਨੂੰ ਮੈਟਲ ਦੇ ਵਿੱਚ ਕਨਵਰਟ ਕਰ ਲਿਆ ਜਾਂਦਾ। ਨੈਕਸਟ ਹੈ ਬੌਕਸਾਈਟ। ਜਿਹੜੀ ਐਲੂਮੀਨੀਅਮ ਦੀ ਮੈਟਲ ਆ, ਐਲੂਮੀਨੀਅਮ ਤੁਹਾਨੂੰ ਪਤਾ ਇੱਕ ਹਲਕੀ ਜਿਹੀ ਮੈਟਲ ਹੁੰਦੀ ਆ, ਸਿਲਵਰ ਕਲਰ ਦੀ, ਵਾਈਟ ਕਲਰ ਦੀ, ਤੁਸੀਂ ਦੇਖੀ ਹੋਊ। ਇਸ ਦੇ ਦੁੱਧ ਦੇ ਢੋਲ ਵੀ ਬਣੇ ਹੁੰਦੇ ਨੇ, ਕਈ ਰਸੋਈ ਦੇ ਵਿੱਚ ਯੂਟੈਂਸਿਲ ਵੀ ਇਸ ਦੇ ਬਣੇ ਹੁੰਦੇ ਨੇ। ਤੇ ਇਹ ਜਿਹੜੀ ਐਲੂਮੀਨੀਅਮ ਹੈਗੀ ਇਹ ਸਾਨੂੰ ਬੌਕਸਾਈਟ ਤੋਂ ਮਿਲਦੀ ਹੈ, ਯਾਨੀ ਖਾਣਾ ਦੇ ਵਿੱਚ, ਮਾਈਨਸ ਦੇ ਵਿੱਚ ਬੌਕਸਾਈਟ ਹੁੰਦੀ ਆ ਤੇ ਉਸ ਤੋਂ ਫਿਰ ਉਹਨੂੰ ਸਫਾਈ ਕਰਕੇ ਉਹਦੇ ਉੱਤੋਂ ਐਲੂਮੀਨੀਅਮ ਪ੍ਰਾਪਤ ਕੀਤਾ ਜਾਂਦਾ। ਇਸ ਦੇ ਐਰੋਪਲੇਨ ਬਣਾਏ ਜਾਂਦੇ ਨੇ। ਕਿਉਂਕਿ ਐਲੂਮੀਨੀਅਮ ਹੁੰਦੀ ਸਟਰੋਂਗ ਆ ਪਰ ਹਲਕੀ ਹੁੰਦੀ ਆ, ਤਾਂ ਸਾਨੂੰ ਚਾਹੀਦਾ ਕਿ ਐਰੋਪਲੇਨ ਦਾ ਵਜ਼ਨ ਆ ਜਿਹੜਾ ਹਲਕਾ ਹੋਵੇ ਤਾਂ ਕਿ ਉਹ ਫਿਊਲ ਘੱਟ ਖਾਵੇ। ਇਸ ਤੋਂ ਬਿਨਾਂ ਰੇਲਸ, ਮੋਟਰ, ਬੱਸ, ਕਾਰਾਂ, ਇਹਨਾਂ ਵਿੱਚ ਵੀ ਇਲੈਕਟ੍ਰੀਕਲ ਵਾਇਰਸ, ਇਹਨਾਂ ਵਿੱਚ ਵੀ ਜਿਹੜਾ ਐਲੂਮੀਨੀਅਮ ਯੂਜ਼ ਕੀਤੀਆਂ ਨੇ, ਕਿਉਂਕਿ ਇਹਨਾਂ ਚੀਜ਼ਾਂ ਵੀ ਸਾਨੂੰ ਚਾਹੀਦਾ ਕਿ ਇਹ ਵੀ ਹਲਕੀਆਂ ਹੋਣ ਤਾਂ ਕਿ ਇਹ ਫਿਰ ਘੱਟ ਫਿਊਲ ਯੂਜ਼ ਕਰਨ। ਦੂਸਰਾ ਇਹਦੇ ਵਿੱਚ ਗੁਣ ਇਹ ਆ ਕਿ ਇਹ ਰਸਟ ਫ੍ਰੀ ਮੈਟਲ ਹੈ, ਇਸ ਨੂੰ ਜੰਗਾਲ ਨਹੀਂ ਲੱਗਦਾ। ਇਸ ਕਰਕੇ ਇਹ ਇਸ ਦੇ ਭਾਂਡੇ ਵੀ ਬਣਾਏ ਜਾਂਦੇ ਹਨ। ਸਭ ਤੋਂ ਜ਼ਿਆਦਾ ਜੋ ਬੌਕਸਾਈਟ ਹੈ, ਬੌਕਸਾਈਟ ਓਰ ਜਿੱਥੋਂ ਐਲੂਮੀਨੀਅਮ ਨਿਕਲਦਾ, ਉਹ ਆਸਟ੍ਰੇਲੀਆ ਵਿੱਚ ਪਾਈ ਜਾਂਦੀ ਹੈ ਤੇ ਇੰਡੀਆ ਦੇ ਵਿੱਚ ਜਿਹੜੀ ਹੈ ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਝਾਰਖੰਡ ਦੇ ਵਿੱਚ ਪਾਈ ਜਾਂਦੀ ਹੈ। ਨੈਕਸਟ ਹੈ ਮੈਗਨੀਜ਼। ਮੈਗਨੀਜ਼ ਵੀ ਇੱਕ ਇੰਪੋਰਟੈਂਟ ਮਿਨਰਲ ਆ। ਇਹ ਸਟੀਲ ਬਣਾਉਣ ਦੇ ਵਿੱਚ ਕੰਮ ਆਉਂਦਾ। ਮਤਲਬ ਸਟੀਲ ਦੇ ਵਿੱਚ ਜ਼ਿਆਦਾ ਤਾਂ ਆਇਰਨ ਹੁੰਦੀ ਆ ਤੇ ਨਾਲ ਕੁਝ ਹੋਰ ਚੀਜ਼ਾਂ ਵੀ ਹੁੰਦੀਆਂ ਨੇ ਜਿਹਦੇ ਵਿੱਚੋਂ ਮੈਗਨੀਜ਼ ਇੱਕ ਹੈ। ਤੇ ਦੂਸਰਾ, ਮੈਗਨੀਜ਼ ਕਈ ਸਾਰੇ ਕੈਮੀਕਲਸ ਦੇ ਵਿੱਚ ਵੀ ਯੂਜ਼ ਹੁੰਦਾ, ਜਿਸ ਤਰ੍ਹਾਂ ਬਲੀਚਿੰਗ ਪਾਊਡਰ। ਬਲੀਚਿੰਗ ਪਾਊਡਰ ਕੀ ਹੁੰਦਾ? ਜੋ ਬਲੀਚ ਕਰਨ ਵਾਲਾ, ਕਲਰ ਕਰਨ ਵਾਲਾ ਹੁੰਦਾ। ਪੈਸਟੀਸਾਈਡ ਜੋ ਕੀੜੇ ਮਾਰ ਦਵਾਈਆਂ ਹੁੰਦੀਆਂ ਨੇ। ਪੇਂਟਸ ਦੇ ਵਿੱਚ ਤੇ ਸ਼ੀਸ਼ਿਆਂ ਦੇ ਵਿੱਚ ਵੀ ਮੈਗਨੀਜ਼ ਵਰਤਿਆ ਜਾਂਦਾ ਹੈ ਬਣਾਉਣ ਦੇ ਵਿੱਚ। ਤੇ ਨੈਕਸਟ ਹੈ ਜੋ ਮੈਗਨੀਜ਼ ਹੈ, ਕਜ਼ਾਕਿਸਤਾਨ, ਰਸ਼ੀਆ, ਯੂਕਰੇਨ ਤੇ ਜਾਰਜੀਆ ਵਿੱਚ ਸਭ ਤੋਂ ਜ਼ਿਆਦਾ ਮਿਲਦਾ ਹੈ। ਇਸ ਤੋਂ ਬਿਨਾਂ ਸਾਊਥ ਅਫਰੀਕਾ, ਬ੍ਰਾਜ਼ੀਲ ਤੇ ਇੰਡੀਆ ਵਿੱਚ ਵੀ ਕਾਫੀ ਮੈਗਨੀਜ਼ ਮਿਲਦਾ। ਇੰਡੀਆ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਮੈਗਨੀਜ਼ ਮਿਲਦਾ ਤੇ ਉਸ ਤੋਂ ਬਾਅਦ ਆਂਧਰਾ ਪ੍ਰਦੇਸ਼, ਕਰਨਾਟਕ, ਉੜੀਸਾ, ਝਾਰਖੰਡ ਦੇ ਵਿੱਚ ਵੀ ਮੈਗਨੀਜ਼ ਮਿਲਦਾ ਹੈ। ਨੈਕਸਟ ਹੈ ਮਾਈਕਾ। ਇਹ ਹੁਣ ਨੌਨ ਮੈਟਲ ਮਿਨਰਲ ਹੈਗਾ। ਪਹਿਲਾਂ ਜਿਹੜੇ ਅਸੀਂ ਪੜ੍ਹੇ ਸੀ ਉਹ ਮੈਟਲਸ ਸੀਗੀਆਂ ਤੇ ਹੁਣ ਇਹ ਨੌਨ ਮੈਟਲ ਹੈਗਾ ਮਿਨਰਲ। ਇਹ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਤੋਂ ਬਿਜਲੀ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਜਿਸ ਤਰ੍ਹਾਂ ਲੈਂਪਸ, ਪੇਂਟਸ ਵਗੈਰਾ, ਰਡਾਰ, ਰਬਰ, ਪੇਪਰ, ਐਰੋਪਲੇਨ, ਟਰਾਂਸਪੇਰੈਂਟ ਸ਼ੀਟਸ, ਇਹ ਬਣਾਈਆਂ ਜਾਂਦੀਆਂ ਨੇ। ਇਹ ਸ਼ੀਸ਼ੇ ਵਿੱਚ ਵੀ ਸ਼ੀਸ਼ਾ ਬਣਾਉਣ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਤੇ ਇੰਡੀਆ ਵਿੱਚ ਕਾਫੀ ਜ਼ਿਆਦਾ ਮਿਲਦਾ ਹੈ ਤੇ ਵਰਲਡ ਦੇ ਵਿੱਚ ਇੰਡੀਆ ਪਹਿਲੇ ਨੰਬਰ 'ਤੇ ਹੀ ਹੈ। ਮਾਈਕਾ ਦੇ ਜੋ ਮਿਲਦਾ ਇੰਡੀਆ ਵਿੱਚ ਪਹਿਲੇ ਨੰਬਰ 'ਤੇ ਹੈ। ਇੰਡੀਆ ਵਿੱਚ ਝਾਰਖੰਡ, ਬਿਹਾਰ, ਆਂਧਰ ਪ੍ਰਦੇਸ਼, ਰਾਜਸਥਾਨ ਦੇ ਵਿੱਚ ਇਹ ਮਿਲਦਾ, ਮਾਈਕਾ ਮਿਲਦਾ। ਇਸ ਤੋਂ ਬਿਨਾਂ ਇੰਡੀਆ ਤੋਂ ਬਿਨਾਂ ਰਸ਼ੀਆ, USA, ਬ੍ਰਾਜ਼ੀਲ, ਅਰਜਨਟੀਨਾ, ਕੈਨੇਡਾ ਦੇ ਵਿੱਚ ਵੀ ਮਾਈਕਾ ਮਿਲਦਾ ਹੈ।
ਹੁਣ ਆ ਗਏ ਮਿਨਰਲ ਫਿਊਲ। ਉਹ ਜਿਹੜੇ ਮਿਨਰਲ ਜਿਨ੍ਹਾਂ ਤੋਂ ਸਾਨੂੰ ਐਨਰਜੀ ਮਿਲਦੀ ਆ ਉਹਨਾਂ ਨੂੰ ਕੀ ਕਹਿੰਦੇ ਆ? ਮਿਨਰਲ ਫਿਊਲ। ਜਿਸ ਤਰ੍ਹਾਂ ਕੋਲਾ, ਮਿਨਰਲ ਆਇਲ, ਨੈਚੁਰਲ ਗੈਸ, ਇਹ ਧਰਤੀ ਦੇ ਅੰਦਰੋਂ ਮਿਲਦੇ, ਇਹਨਾਂ ਨੂੰ ਮਿਨਰਲ ਫਿਊਲਸ ਕਹਿੰਦੇ ਆ। ਅੱਜ ਕੱਲ੍ਹ ਇਹਨਾਂ ਦੀ ਇੰਪੋਰਟੈਂਸ ਵਧੀ ਜਾ ਰਹੀ ਹੈ ਕਿਉਂਕਿ ਸਾਨੂੰ ਐਨਰਜੀ ਚਾਹੀਦੀ ਹੈ। ਇੰਨੇ ਜੋ ਕਾਰਾਂ, ਬੱਸਾਂ, ਜੋ ਇੰਨੀ ਸਾਨੂੰ ਬਿਜਲੀ ਚਾਹੀਦੀ ਆ, ਇੰਨੀ ਪਾਪੂਲੇਸ਼ਨ ਹੋ ਗਈ, ਇਹ ਸਭ ਕੁਛ ਜਿਹੜੀ ਐਨਰਜੀ ਆ ਇਹਨਾਂ ਤੋਂ ਮਿਲਦੀ ਆ। ਅਤੇ ਕਿਉਂਕਿ ਹੁਣ ਇੰਨੀ ਪਾਪੂਲੇਸ਼ਨ ਹੋ ਗਈ, ਇੰਨੀ ਜ਼ਿਆਦਾ ਐਨਰਜੀ ਚਾਹੀਦੀ ਹੈ, ਤਾਂ ਇਹ ਜੋ ਰਿਸੋਰਸ ਹੈ, ਮਿਨਰਲ ਰਿਸੋਰਸਿਸ ਨੇ, ਇਹ ਘਟਦੇ ਜਾ ਰਹੇ ਨੇ। ਇਸ ਕਰਕੇ ਸਾਨੂੰ ਚਾਹੀਦਾ ਕਿ ਇਹਨਾਂ ਦੀ ਬਚਤ ਕਰੀਏ ਅਤੇ ਇਹਨਾਂ ਦੀ ਜਗ੍ਹਾ 'ਤੇ ਹੋਰ ਐਨਰਜੀ ਦੇ ਸੋਮੇ, ਜਿਸ ਤਰ੍ਹਾਂ ਕਿ ਵਿੰਡ ਐਨਰਜੀ ਹੈਗੀ, ਸੋਲਰ ਐਨਰਜੀ ਹੈਗੀ, ਇਸ ਨੂੰ ਯੂਜ਼ ਕਰੀਏ ਅਤੇ ਇਹਨਾਂ ਦੀ ਬਚਤ ਕਰੀਏ। ਮਿਨਰਲ ਫਿਊਲ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕੋਲਾ। ਅਤੇ ਕੋਲਾ ਸਭ ਤੋਂ ਇੰਪੋਰਟੈਂਟ ਹੈਗਾ। ਇਹਦੀ ਅੱਜ ਕੱਲ੍ਹ ਬਹੁਤ ਵਰਤੋਂ ਕੀਤੀ ਜਾਂਦੀ ਆ, ਪਰ ਹੌਲੀ ਹੌਲੀ ਹੁਣ ਇਸ ਦੀ ਵਰਤੋਂ ਘਟਾਈ ਜਾ ਰਹੀ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਕਿ ਪਹਿਲਾਂ ਜਿਹੜੇ ਰੇਲਵੇ ਇੰਜਨ ਸੀ ਕੋਲੇ ਨਾਲ ਚੱਲਦੇ ਹੁੰਦੇ ਸੀ, ਅਤੇ ਹੌਲੀ ਹੌਲੀ ਉਹ ਚੇਂਜ ਕਰਕੇ ਇਲੈਕਟ੍ਰੀਸਿਟੀ 'ਤੇ ਕਰਤੀ, ਕਿਉਂਕਿ ਹੁਣ ਕੋਲਾ ਘਟਦਾ ਜਾ ਰਿਹਾ। ਖਾਣਾ ਦੇ ਵਿੱਚ ਉਸਨੂੰ ਬਚਾ ਕੇ ਵੀ ਰੱਖਣਾ। ਦੂਸਰਾ, ਕੋਲੇ ਨਾਲ ਪੋਲਿਊਸ਼ਨ ਜ਼ਿਆਦਾ ਹੁੰਦਾ। ਅਤੇ ਇਸ ਤਰ੍ਹਾਂ ਹੁਣ ਕੀ ਕੀਤਾ ਜਾਂਦਾ ਕਿ ਬਜਾਏ ਕਿ ਜੋ ਇੰਜਣ ਹੈਗੇ, ਰੇਲਵੇ ਇੰਜਣ ਹੈਗੇ, ਕੋਲੇ ਨਾਲ ਚੱਲਣ, ਕੋਲੇ ਤੋਂ ਇੱਕ ਜਗ੍ਹਾ 'ਤੇ ਬਿਜਲੀ ਬਣਾਈ ਜਾਂਦੀ ਹੈ। ਜਿਹੜੇ ਥਰਮਲ ਪਾਵਰ ਪਲਾਂਟ ਹੁੰਦੇ ਨੇ, ਬਿਜਲੀ ਬਣਾਈ ਜਾਂਦੀ ਹੈ। ਫਿਰ ਉਹ ਬਿਜਲੀ ਨੂੰ ਤਾਰਾਂ ਰਾਹੀਂ ਹੋਰ ਜਗ੍ਹਾ 'ਤੇ, ਫੈਕਟਰੀਆਂ 'ਚ, ਰੇਲਵੇ ਇੰਜਨਸ ਦੇ ਵਿੱਚ ਭੇਜਿਆ ਜਾਂਦਾ ਤਾਂ ਕਿ ਉਸ ਨਾਲ ਕੰਮ ਕਰ ਸਕਣ। ਬਜਾਏ ਕਿ ਫੈਕਟਰੀਆਂ ਵਿੱਚ ਕੋਲਾ ਭੇਜਣ ਅਤੇ ਰੇਲਵੇ ਇੰਜਨ 'ਤੇ ਕੋਲਾ ਭੇਜਣ, ਇੱਕ ਜਗ੍ਹਾ 'ਤੇ ਥਰਮਲ ਪਲਾਂਟ 'ਤੇ ਕੋਲੇ ਤੋਂ ਬਿਜਲੀ ਬਣਾਈ ਜਾਂਦੀ ਹੈ ਅਤੇ ਉਹ ਬਿਜਲੀ ਫਿਰ ਸਾਰੇ ਕਿਤੇ ਭੇਜੀ ਜਾਂਦੀ ਹੈ। ਕੋਲੇ ਦੀਆਂ ਦੋ ਕਿਸਮਾਂ ਦੱਸੀਆਂ ਗਈਆਂ ਨੇ, ਲਿਗਨਾਈਟ ਅਤੇ ਪੀਟ। ਇਹ ਕੋਲਾ ਬਣਦਾ ਕਿਸ ਤਰ੍ਹਾਂ ਕਿ ਬਹੁਤ ਜਿਹੜਾ ਪਹਿਲਾਂ, ਲੱਖਾਂ ਸਾਲ ਪਹਿਲਾਂ ਜਦੋਂ ਜੰਗਲ ਹੁੰਦੇ ਸੀ, ਹੌਲੀ ਹੌਲੀ ਉਹ ਜੰਗਲ ਮੰਨ ਲਓ ਮਿੱਟੀ ਦੇ ਥੱਲੇ ਦੱਬੇ ਗਏ। ਕਦੇ ਹੜ੍ਹ ਆ ਗਿਆ, ਕੁਛ ਆ ਗਿਆ, ਉੱਪਰ ਜਾਂ ਹੋਰ ਮਿੱਟੀ ਬਣੀ ਗਈ, ਜਾਂ ਜਦੋਂ ਜੰਗਲ ਦੇ ਬ੍ਰਾਂਚਿਸ ਵਗੈਰਾ ਟੁੱਟਦੀਆਂ ਨੇ, ਉਹ ਨੀਚੇ ਪਈਆਂ ਨੇ, ਜਾਨਵਰ ਮਰੇ ਹੋਏ ਨੀਚੇ ਪਏ ਨੇ, ਹੌਲੀ ਹੌਲੀ ਉਹ ਦੱਬੇ ਗਏ ਮਿੱਟੀ ਦੇ ਨੀਚੇ। ਤਾਂ ਇਹ ਜਿਹੜੇ ਜੰਗਲ ਨੇ ਮਿੱਟੀ ਦੇ ਨੀਚੇ ਹੌਲੀ ਹੌਲੀ ਬਹੁਤ ਸਾਰੇ ਪ੍ਰੈਸ਼ਰ ਦੇ ਵਿੱਚ ਅਤੇ ਬਹੁਤ ਸਾਰੀ ਹੀਟ ਦੇ ਵਿੱਚ ਅਤੇ ਲੱਖਾਂ ਸਾਲਾਂ ਦੇ ਵਿੱਚ ਹੌਲੀ ਹੌਲੀ ਇਹ ਜੰਗਲ ਕੋਲੇ ਦੇ ਵਿੱਚ ਕਨਵਰਟ ਹੋ ਗਏ। ਕੋਲਾ ਜਿਹੜਾ ਹੈਗਾ ਉਹ ਧਰਤੀ 'ਤੇ 35 ਤੋਂ 65 ਡਿਗਰੀ ਲੈਟੀਚਿਊਡ 'ਤੇ ਜ਼ਿਆਦਾ ਪਾਇਆ ਜਾਂਦਾ। ਲੈਟੀਚਿਊਡ ਹੁਣ ਤੁਸੀਂ ਕਲਾਸ 6 ਦੇ ਵਿੱਚ ਪੜ੍ਹੇ ਸੀ। ਲੌਂਗੀਚਿਊਡ ਅਤੇ ਲੈਟੀਚਿਊਡ, ਜਿਹੜਾ ਧਰਤੀ ਆ ਉਹਨੂੰ ਲੌਂਗੀਚਿਊਡ ਅਤੇ ਲੈਟੀਚਿਊਡ ਦੇ ਵਿੱਚ ਵਰਤਿਆ ਜਾਂਦਾ। ਭੂਮਧ ਰੇਖਾ ਦਾ 0 ਡਿਗਰੀ ਹੁੰਦਾ ਲੈਟੀਚਿਊਡ, ਅਤੇ ਉੱਪਰ ਨੂੰ ਜਾਓ ਫਿਰ ਵੱਧਦਾ ਰਹਿੰਦਾ, ਤੁਰਿਆਂ 'ਤੇ 180 ਡਿਗਰੀ ਹੁੰਦਾ। ਤਾਂ ਇਹ 35 ਤੋਂ 65 ਡਿਗਰੀ 'ਤੇ ਜ਼ਿਆਦਾ ਕੋਲਾ ਪਾਇਆ ਜਾਂਦਾ। ਧਰਤੀ 'ਤੇ ਮਿਲਣ ਵਾਲਾ 90% ਜਿਹੜਾ ਕੋਲਾ ਹੈ ਉਹ ਚਾਈਨਾ, USA, ਰਸ਼ੀਆ ਅਤੇ ਯੂਰਪੀਅਨ ਕੰਟਰੀਜ਼ ਦੇ ਵਿੱਚ ਮਿਲਦਾ ਹੈ। ਇਸ ਤੋਂ ਬਿਨਾਂ ਸਾਊਥ ਅਮੈਰੀਕਾ, ਅਫਰੀਕਾ, ਨਾਰਥ ਅਮੈਰੀਕਾ ਅਤੇ ਏਸ਼ੀਆ ਵਿੱਚ ਵੀ ਕਾਫੀ ਕੋਲਾ ਮਿਲਦਾ ਹੈ। ਏਸ਼ੀਆ ਵਿੱਚ ਜਾਪਾਨ ਅਤੇ ਥਾਈਲੈਂਡ 'ਚ ਵੀ ਮਿਲਦਾ। ਇੰਡੀਆ ਦੇ ਵਿੱਚ ਜੋ ਪੂਰੇ ਵਰਲਡ ਦੇ ਵਿੱਚ ਕੋਲਾ ਮਿਲਦਾ, ਉਹਦੇ 'ਚੋਂ 5% ਇੰਡੀਆ ਦੇ ਵਿੱਚ ਮਿਲਦਾ ਹੈ। ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੋਲਾ ਦਾਮੋਦਰ ਵੈਲੀ, ਦਾਮੋਦਰ ਘਾਟੀ ਦੇ ਵਿੱਚ ਮਿਲਦਾ ਹੈ। ਇਸ ਤੋਂ ਬਿਨਾਂ ਵੈਸਟ ਬੰਗਾਲ ਅਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਕੋਲੇ ਦੀਆਂ ਖਾਣਾਂ ਪਾਈਆਂ ਜਾਂਦੀਆਂ ਹਨ। ਨੈਕਸਟ ਹੈ ਮਿਨਰਲ ਆਇਲ। ਮਿਨਰਲ ਆਇਲ ਕੀ ਹੁੰਦਾ? ਕੱਚਾ ਤੇਲ, ਜਿਸ ਨੂੰ ਪੈਟਰੋਲੀਅਮ ਵੀ ਕਹਿੰਦੇ ਨੇ, ਠੀਕ ਹੈ। ਇਹ ਵੀ ਧਰਤੀ ਦੇ ਵਿੱਚੋਂ ਕੱਢਿਆ ਜਾਂਦਾ ਹੈ, ਅਤੇ ਇਸ ਪੈਟਰੋਲੀਅਮ ਨੂੰ, ਕੱਚੇ ਤੇਲ ਨੂੰ ਸਾਫ਼ ਕਰਕੇ ਇਹਦੇ ਵਿੱਚੋਂ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਕੈਰੋਸੀਨ ਆਇਲ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ, ਵੈਕਸ ਵਗੈਰਾ ਬਹੁਤ ਸਾਰੀਆਂ ਚੀਜ਼ਾਂ ਕੱਢੀਆਂ ਜਾਂਦੀਆਂ ਹਨ। ਇਸ ਕਰਕੇ ਜਿਹੜਾ ਇਹ ਬਹੁਤ ਇੰਪੋਰਟੈਂਟ ਹੈ ਪੈਟਰੋਲੀਅਮ, ਅਤੇ ਇਸ ਨੂੰ ਲਿਕੁਇਡ ਗੋਲਡ, ਤਰਲ ਸੋਨਾ ਵੀ ਕਿਹਾ ਜਾਂਦਾ ਹੈ।
ਪੈਟਰੋਲੀਅਮ ਨੂੰ, ਕਿਉਂਕਿ ਇਹ ਇੰਨਾ ਇੰਪੋਰਟੈਂਟ ਹੈਗਾ। ਤੇ ਪੈਟਰੋਲੀਅਮ 2 ਅੱਖਰਾਂ ਤੋਂ ਬਣਿਆ, ਪੈਟਰਾ ਤੇ ਓਲੀਅਮ। ਪੈਟਰਾ ਮੀਨਸ ਰੌਕ, ਓਲੀਅਮ ਮੀਨਸ ਤੇਲ, ਯਾਨੀ ਕਿ ਰੌਕਸ ਦੇ ਵਿੱਚੋਂ ਮਿਲਣ ਵਾਲਾ ਤੇਲ, ਉਸ ਨੂੰ ਕੀ ਕਹਿੰਦੇ ਆ, ਪੈਟਰੋਲੀਅਮ। ਤੇ ਹੁਣ ਤੁਹਾਨੂੰ ਦੱਸਿਆ ਕਿ ਜਿਹੜਾ ਪੈਟਰੋਲ ਡੀਜ਼ਲ ਆ ਧਰਤੀ ਦੇ ਵਿੱਚੋਂ ਇਸ ਤਰ੍ਹਾਂ ਹੀ ਨਹੀਂ ਮਿਲਦਾ। ਸਭ ਤੋਂ ਪਹਿਲਾਂ ਪੈਟਰੋਲੀਅਮ ਕੱਚਾ ਤੇਲ ਮਿਲਦਾ ਧਰਤੀ ਚੋਂ, ਫਿਰ ਉਸ ਨੂੰ ਫੈਕਟਰੀ, ਜਿਸ ਨੂੰ ਕਿ ਰਿਫਾਈਨਰੀ ਕਹਿੰਦੇ ਆ, ਰਿਫਾਈਨਰੀ ਦੇ ਵਿੱਚ ਲਿਜਾ ਕੇ ਉਹਦੀ ਸਫਾਈ ਕਰਕੇ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ, ਪੈਟਰੋਲ, ਡੀਜ਼ਲ, ਕੈਰੋਸਿਨ ਆਇਲ, ਪੈਰਾਫਿਨ, ਵੈਕਸ, ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ ਚੋਂ ਕੱਢੀਆਂ ਜਾਂਦੀਆਂ ਨੇ। ਗਰੀਸ ਵੀ ਕੱਢੀ ਜਾਂਦੀ ਹੈ, ਵੈਸਲੀਨ ਜਿਹੜੀ ਅਸੀਂ ਲਗਾਉਂਦੇ ਹਾਂ ਉਹ ਵੀ ਉਹਦੇ ਵਿੱਚੋਂ ਕੱਢੀ ਜਾਂਦੀ ਹੈ। ਅਤੇ ਉਹ ਫੈਕਟਰੀ ਜਿੱਥੇ ਪੈਟਰੋਲੀਅਮ ਨੂੰ ਸਾਫ਼ ਕੀਤਾ ਜਾਂਦਾ ਉਹਨੂੰ ਰਿਫਾਈਨਰੀ ਕਹਿੰਦੇ ਆ। ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਬਠਿੰਡੇ ਦੇ ਵਿੱਚ ਰਿਫਾਈਨਰੀ ਹੈਗੀ ਹੈ। ਸਭ ਤੋਂ ਜ਼ਿਆਦਾ ਜਿਹੜਾ ਆਇਲ ਹੈ ਉਹ ਸਾਊਥ ਵੈਸਟ ਏਸ਼ੀਆ ਦੇ ਵਿੱਚ ਪਾਇਆ ਜਾਂਦਾ, ਜਿਹੜੇ ਕਿ ਆਹ ਅਰਬ ਦੇਸ਼ ਨੇ, ਜਿਨ੍ਹਾਂ ਨੂੰ ਅਸੀਂ ਅਰਬ ਦੇਸ਼ ਕਹਿੰਦੇ ਹਾਂ, ਜਿਸ ਤਰ੍ਹਾਂ ਸਾਊਦੀ ਅਰੇਬੀਆ, ਈਰਾਨ, ਇਰਾਕ, ਕੁਵੈਤ, UAE। ਅਤੇ ਇਹ ਜਿਹੜੇ ਸਾਰੇ ਦੇਸ਼ ਨੇ, ਇਹਨਾਂ ਦੇ ਵਿੱਚ ਇਹ ਜਿਹੜਾ ਤੇਲ ਆ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਅਬੂ ਧਾਬੀ, ਦੁਬਈ, ਸ਼ਾਰਜਾ, ਅਜਮੇਰ, ਫੈਜ਼ੂਰਾ, ਉਮਾਰ ਅਲ ਕੁਵੈਨ, ਰਸਲ ਖੇਮਾ, ਇਹ ਸਾਰੇ ਜਿਹੜੇ ਨੇ ਉਹ ਅਰਬ ਦੇਸ਼ ਦੇ ਇਲਾਕੇ ਨੇ, ਇੱਥੇ ਬਹੁਤ ਜ਼ਿਆਦਾ ਤੇਲ ਪਾਇਆ ਜਾਂਦਾ ਹੈ। ਇਸ ਨਾਲ ਇਹ ਚੈਪਟਰ ਖਤਮ ਹੋ ਗਿਆ। ਇਹ ਤੁਸੀਂ ਚੰਗੀ ਤਰ੍ਹਾਂ ਆਪ ਵੀ ਚੈਪਟਰ ਪੜ੍ਹਨਾ ਹੈ।